ਸਾਬਕਾ ਮੰਤਰੀ ਵਿਜੇ ਸਾਂਪਲਾ ਤੇ ਭਾਜਪਾ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ। ਜਿਹੜੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਜਿਹੜੀ ਉਹਨਾਂ ਨੂੰ ਇਹ ਅਸਲ ਦੇ ਵਿੱਚ ਉਹਨਾਂ ਨੂੰ ਪਾਲ ਪੋਸ ਰਹੀ ਆ ਤੇ ਕਿਸਾਨਾਂ ਦਾ ਇਹ ਉਜਾੜਾ ਕਰਨ ਆ ਰਹੀ ਆ। ਜੇ ਇਹ ਜਿਹੜੇ ਕਾਨੂੰਨ ਆ ਇਹ ਕਿਸਾਨਾਂ ਨੇ ਵਾਪਸ ਨਾ ਕਰਾਏ ਇਹ ਆਪਣੀਆਂ ਜ਼ਮੀਨਾਂ ਦੇ ਉੱਤੇ ਮਜ਼ਦੂਰ ਬਣ ਜਾਣਗੇ ਜੀ। ਖੇਤੀਬਾੜੀ ਆਰਡੀਨੈਂਸ ਨੂੰ ਲੈ ਕੇ ਪਿਛਲੇ ਇੱਕ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੋਇਆ। ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਰਣਨੀਤੀਆਂ ਤਹਿਤ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਅਤੇ ਧਰਨੇ ਵੀ ਦਿੱਤੇ ਜਾ ਰਹੇ ਨੇ। ਇਸੇ ਤਹਿਤ ਅੱਜ ਹੁਸ਼ਿਆਰਪੁਰ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਆਰਡੀਨੈਂਸ ਦੇ ਵਿਰੋਧ 'ਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦਾ ਘਰ ਘੇਰਨ ਗਈਆਂ ਕਿਸਾਨ ਜਥੇਬੰਦੀਆਂ ਦੀ ਉੱਥੇ ਭਾਜਪਾਈਆਂ ਨਾਲ ਖੂਬ ਧੱਕਾ-ਮੁੱਕੀ ਹੋਈ। ਇੰਨਾ ਹੀ ਨਹੀਂ, ਜਦੋਂ ਸਾਬਕਾ ਮੰਤਰੀ ਵਿਜੇ ਸਾਂਪਲਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਏ ਤਾਂ ਕਿਸਾਨਾਂ ਨੇ ਉਹਨਾਂ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਤੇ ਭਾਜਪਾ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਅਸੀਂ ਇਹਦੇ ਬਾਰੇ ਇਹ ਕਹਿਣਾ ਚਾਹਾਂਗੇ ਜੀ, ਇਹ ਜਿਹੜੀ ਸਰਕਾਰ ਆ ਮੋਦੀ ਸਰਕਾਰ ਆ ਜੀ, ਇਹ ਖੇਤੀਬਾੜੀ ਦੇ ਵਿਰੁੱਧ ਆਰਡੀਨੈਂਸ ਜਿਹੜੇ ਬਿੱਲ ਆਰਡੀਨੈਂਸ ਲੈ ਕੇ ਆਈ ਸੀ ਹੁਣ ਉਹ ਕਾਨੂੰਨ ਬਣ ਚੁੱਕੇ ਆ ਤੇ ਇੱਕ ਚੌਥਾ ਬਿੱਲ ਆ ਜਿਹੜਾ ਬਿਜਲੀ ਸੋਧ ਬਿੱਲ 220 ਆ ਜਿਹੜੀ ਉਹ ਲੈ ਕੇ ਆ ਰਹੀ ਹੈ ਜੀ। ਇਹ ਜੀ ਸਰਕਾਰ ਆ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਜੀ ਜਿਹੜੀ ਉਹਨਾਂ ਨੂੰ ਇਹ ਅਸਲ ਦੇ ਵਿੱਚ ਉਹਨਾਂ ਨੂੰ ਪਾਲ ਪੋਸ ਰਹੀ ਆ ਤੇ ਕਿਸਾਨਾਂ ਦਾ ਇਹ ਉਜਾੜਾ ਕਰਨ ਆ ਰਹੀ ਆ। ਜੇ ਇਹ ਜਿਹੜੇ ਕਾਨੂੰਨ ਆ ਇਹ ਕਿਸਾਨਾਂ ਨੇ ਵਾਪਸ ਨਾ ਕਰਾਏ ਇਹ ਆਪਣੀਆਂ ਜ਼ਮੀਨਾਂ ਦੇ ਉੱਤੇ ਮਜ਼ਦੂਰ ਬਣ ਜਾਣਗੇ ਜੀ। ਇਹ ਤਾਂ ਇਹੀ ਆ ਵੀ ਅਸੀਂ ਜਿਹੜਾ ਸੰਘਰਸ਼ ਕਰ ਰਹੇ ਹਾਂ ਕਿਉਂਕਿ ਇਹ ਪਾਰਟੀ ਦੇ ਉਹਨਾਂ ਦੇ ਹੀ ਚਾਹੇ ਸਾਬਕਾ ਚਾਹੇ ਮੌਜੂਦਾ ਕੋਈ ਵੀ ਹੈ ਜੀ, ਅਸੀਂ ਇਸ ਕਰਕੇ ਇਹਨਾਂ ਦਾ ਵਿਰੋਧ ਕਰ ਰਹੇ ਹਾਂ। ਉਹਨਾਂ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਤੁਹਾਡੇ ਵਿੱਚ ਆ ਕੇ ਬੈਠਾ ਗਿਆ। ਦੇਖੋ ਅਸੀਂ ਸਾਰਿਆਂ ਨੇ ਵਿਰੋਧ ਕੀਤਾ। ਹਾਂ ਜੀ, ਅਸੀਂ ਬਿਲਕੁਲ ਨਹੀਂ ਆਪਣੀਆਂ ਸਟੇਜਾਂ ਤੋਂ ਇਹਨਾਂ ਨੂੰ ਭਾਜਪਾ ਆਗੂਆਂ ਨੂੰ ਇਹਨਾਂ ਨੂੰ ਬੋਲਣ ਦੇਵਾਂਗੇ। ਅਸੀਂ ਇਹਨਾਂ ਦਾ ਵਿਰੋਧ ਕਰਨ ਆਏ ਹਾਂ, ਇਹ ਆ ਕੇ ਸਾਡੀਆਂ ਸਟੇਜਾਂ ਤੋਂ ਸਾਨੂੰ ਸੰਬੋਧਨ ਕਰਨ। ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ, ਕਿਸੇ ਤਰ੍ਹਾਂ ਵੀ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਤੇ ਪ੍ਰਸ਼ਾਸਨ ਨੂੰ ਅਸੀਂ ਇਹ ਗੱਲ ਕਹਿੰਦੇ ਆ ਵੀ ਜਿੰਨੇ ਇੱਥੇ ਸਿਵਲ ਜੱਜ ਤੇ ਜਿਹੜੇ ਇੱਥੇ ਹੈਗੇ ਆ ਉਹਨਾਂ ਨੂੰ ਬਿਲਕੁਲ ਇਹੋ ਜਿਹਾ ਕੁਛ ਜਿਹੜਾ ਹੈਗਾ ਵੀ ਇਹਨਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ। ਜੇ ਕੋਈ ਇਦਾਂ ਦੀ ਡਿਸਟਰਬੈਂਸ ਹੁੰਦੀ ਆ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਬੀਜੇਪੀ ਦੇ ਆਗੂ ਜ਼ਿੰਮੇਵਾਰ ਹੈਗੇ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦਾ ਜਾ ਰਿਹਾ ਬਿੱਲ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਹੈ। ਇਹ ਕਿਸਾਨ ਨੂੰ ਖਤਮ ਕਰ ਦੇਣ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਹੀ ਲਿਆਂਦਾ ਜਾ ਰਿਹਾ। ਉਹਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਵੱਲੋਂ ਇਸ ਬਿੱਲ ਨੂੰ ਰੱਦ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ। ਕਿਉਂਕਿ ਇਹ ਜਿਹੜਾ ਇਹਨਾਂ ਦਾ ਕਰਾਓ ਕੀਤਾ ਗਿਆ ਵਿਜੇ ਸਾਂਪਲਾ ਜੀ ਦਾ, ਕਿਉਂਕਿ ਸਾਡੀ 31 ਜਥੇਬੰਦੀਆਂ ਦੇ ਕਿਸਾਨਾਂ ਦੀ ਜਿਹੜੀ ਆ ਅੰਦੋਲਨ ਦਾ ਹਿੱਸਾ ਹੈ, ਉਹਦੇ ਉਸ ਹਿੱਸੇ ਦੇ ਕੜੀ ਵਜੋਂ ਜਿਹੜਾ ਇਹਨਾਂ ਦੀ ਕੋਠੀ ਦਾ ਬੜਾ ਵੱਡਾ ਰੋਸ ਦੇਖਣ ਨੂੰ ਮਿਲਿਆ ਜਦੋਂ ਸਾਂਪਲਾ ਜੀ ਇਸ ਰੈਲੀ ਦੇ ਵਿੱਚ। ਕਿਉਂਕਿ ਲਗਾਤਾਰ ਹੀ ਸਾਡਾ ਜਦੋਂ 5 ਜੂਨ ਤੋਂ ਰਾਸ਼ਟਰਪਤੀ ਦੇ ਸਾਈਨ ਹੋਏ ਆ, ਅਸੀਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਗੱਲ ਕਹਿ ਰਹੀਆਂ ਵੀ ਤੁਸੀਂ ਇਹ ਆਰਡੀਨੈਂਸ ਜਿਹੜੇ ਆ ਘਾਤਕ ਆਰਡੀਨੈਂਸ ਆ ਇਹਨੂੰ ਵਾਪਸ ਲਿਆ ਜਾਵੇ। ਪਰ ਬੀਜੇਪੀ ਜਿਹੜੀ ਆ ਉਹ ਇਸ ਗੱਲ ਤੇ ਅੜੀ ਹੋਈ ਆ ਵੀ ਨਹੀਂ ਇਹ ਬੜੇ ਪ੍ਰੋਫਿਟੇਬਲ ਹੈਗੇ ਆ, ਇਹਦੇ ਨਾਲ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ। ਪਰ ਜਿੱਥੋਂ ਤੱਕ ਜੋ ਪੁਰਾਣੇ ਤਜਰਬੇ ਹੈ, ਕਿਉਂਕਿ ਜਿਹੜਾ ਜਦੋਂ ਵਿਜੇ ਸਾਂਪਲਾ ਜੀ ਰੈਲੀ ਦੇ ਵਿੱਚ ਆਏ ਬੜਾ ਵੱਡਾ ਰੋਸ ਦੇਖਣ ਨੂੰ ਮਿਲਿਆ। ਹਾਂਜੀ, ਉਹ ਇਸੇ ਗੱਲ ਦਾ ਪ੍ਰਤੀਕ ਆ, ਇਸੇ ਗੱਲ ਦਾ ਪ੍ਰਗਟਾਵਾ ਹੋ ਰਿਹਾ ਵੀ ਬੀਜੇਪੀ ਜਿਹੜੀ ਸਰਕਾਰ ਉਹ ਕਿਸ ਗੱਲ ਤੇ ਅੜੀ ਹੋਈ ਆ। ਜਦੋਂ ਜਿਨ੍ਹਾਂ ਦੇ ਵਾਸਤੇ ਤੁਸੀਂ ਇਹ ਕਾਨੂੰਨ ਲਿਆਂਦੇ ਆ ਉਹ ਜਦੋਂ ਉਹੀ ਮੰਨਣ ਨੂੰ ਤਿਆਰ ਨਹੀਂ ਆ ਤਾਂ ਫਿਰ ਤੁਸੀਂ ਕਿਉਂ ਬਾਰ-ਬਾਰ ਉਹਨਾਂ ਨੂੰ ਲਮਕਾ ਰਹੇ ਆ। ਇਸ ਗੱਲ ਦਾ ਬੜਾ ਰੋਸ ਆ ਵੀ ਲਮਕਾਇਆ ਕਿਉਂ ਜਾ ਰਿਹਾ। ਜਦੋਂ ਸਾਡੇ ਵਾਸਤੇ ਕਾਨੂੰਨ ਲਿਆਂਦੇ ਨਾ, ਸਾਡੀ ਬਿਹਤਰੀ ਵਾਸਤੇ, ਜੋ ਸਾਨੂੰ ਉਹ ਠੀਕ ਨਹੀਂ ਹੈ ਲੱਗਦੇ ਤਾਂ ਫਿਰ ਉਹਨੂੰ ਬਾਰ-ਬਾਰ ਕਿਉਂ ਕੀਤਾ ਜਾ ਰਿਹਾ। ਇਸ ਮੌਕੇ ਵਿਜੇ ਸਾਂਪਲਾ ਨੇ ਇਸ ਦਾ ਭਾਂਡਾ ਆਪਣੀ ਭਾਈਵਾਲ ਭਾਰਤੀ ਅਕਾਲੀ ਦਲ ਤੇ ਮੰਨਦਿਆਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਧੋਖੇ 'ਚ ਰੱਖ ਕੇ ਇਹ ਬਿੱਲ ਪਾਸ ਕਰਵਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ 'ਚ ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਜੋ ਭੁਲੇਖੇ ਬਿੱਲ ਨੂੰ ਲੈ ਕੇ ਕਿਸਾਨਾਂ 'ਚ ਪਾਏ ਜਾ ਰਹੇ ਨੇ ਉਹ ਸਰਾਸਰ ਗਲਤ ਹੈ। ਇਹ ਬਿੱਲ ਪੂਰੀ ਤਰ੍ਹਾਂ ਕਿਸਾਨ ਪੱਖੀ ਹੈ। ਇਹ ਹੈ ਕਿ ਅਕਾਲੀ ਦਲ ਦੇ ਉੱਤੇ ਸੀ ਸਾਰਾ ਪੰਜਾਬ ਦਾ ਸੀ ਔਰ ਪੂਰੇ ਦੇਸ਼ ਦੇ ਵਿੱਚ ਕਿਤੇ ਐਸਾ ਮਾਹੌਲ ਨਹੀਂ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਗਠਬੰਧਨ ਅਕਾਲੀ ਦਲ ਨਾਲ ਸੀ ਔਰ ਅਸੀਂ ਪੂਰੀ ਤਰ੍ਹਾਂ ਵਿਸ਼ਵਾਸ ਜਿਹੜਾ ਉਹ ਅਕਾਲੀ ਦਲ ਦੇ ਉੱਤੇ ਕੀਤਾ ਸੀ ਔਰ 15 ਦਿਨ ਪਹਿਲਾਂ ਤੱਕ ਅਕਾਲੀ ਦਲ ਨੇ ਇਹਦਾ ਸਮਰਥਨ ਕੀਤਾ ਸੀ। ਔਰ ਜਿਹੜੀ ਗੱਲ ਸਮਝਾਉਣ ਦੀ, ਕਿਉਂਕਿ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਇਤਰਾਜ਼ ਹੁੰਦਾ ਸੀ ਔਰ ਇਹੀ ਕਾਰਨ ਹੈ ਕਿ ਪੰਜਾਬ 'ਚ ਬੀਜੇਪੀ ਇਹਨਾਂ ਨੂੰ ਸਮਝਾ ਨਹੀਂ ਪਈ, ਪੂਰੇ ਦੇਸ਼ 'ਚ ਅਸੀਂ ਸਮਝਾਤਾ। ਵਿਰੋਧ ਜਿਹੜਾ ਪੂਰੇ ਦੇਸ਼ 'ਚ ਕਰ ਰਿਹਾ ਪਰ ਕਰ ਕੌਣ ਰਿਹਾ ਇਹ ਸਮਝਣ ਦੀ ਗੱਲ ਹੈ। ਇੱਥੇ ਜਿਹੜਾ ਆ
ਇੱਥੇ ਵਿਰੋਧ ਤੇ ਬਾਕੀ ਦੇਸ਼ ਦੇ ਵਿਰੋਧ 'ਚ ਅੰਤਰ ਕਿੰਨਾ ਆ। ਉੱਥੇ ਸਿਰਫ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਔਰ ਇੱਥੇ ਜਿਹੜਾ ਆ ਉਹਨਾਂ ਦੇ ਨਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਆਪਣੀਆਂ ਰੋਟੀਆਂ ਸਾਂਪਲਾ ਜੀ ਰੋਸ਼ ਚੱਲਦਾ ਪਿਆ ਸੀ, ਤੁਸੀਂ ਉਹਦੇ ਵਿੱਚ ਗਏ ਹੋ, ਤੁਹਾਨੂੰ ਉੱਥੇ ਰੁਕਣ ਨਹੀਂ ਦਿੱਤਾ ਗਿਆ? ਨਹੀਂ ਰੁਕਣ ਨਹੀਂ ਦਿੱਤਾ। ਉਹਨਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਅਸੀਂ ਤੁਹਾਡੇ ਘਰ ਮੂਹਰੇ ਆਨੇ ਆ, ਤੁਸੀਂ ਉੱਥੇ ਆਪਣੀ ਗੱਲ ਸੰਬੋਧਨ ਕਰੋ। ਮੈਂ ਆਰਐਸਐਸ ਔਰ ਮੋਦੀ ਔਰ ਅਸੀਂ ਉਹਨਾਂ ਨੂੰ ਫੇਸ ਕਰਨ ਲਈ ਤਿਆਰ ਆ। ਦੇਖੋ ਜਿੰਦਾਬਾਦ ਮੁਰਦਾਬਾਦ ਜਿਹੜਾ ਵੀ ਕਰਨ ਆਉਂਦਾ ਉਹ ਲਗਾਉਂਦਾ ਆ, ਪਰ ਸਾਡੀ ਡਿਊਟੀ ਬਣਦੀ ਹੈ ਉਹਨਾਂ ਦਾ ਆਇਆਂ ਦਾ ਸੇਵਾ ਕਰਨੀ, ਉਹਨਾਂ ਦੀ ਆਇਆਂ ਦਾ ਖਿਆਲ ਰੱਖਣਾ, ਇਹ ਸਾਡੀ ਡਿਊਟੀ 'ਚ ਸ਼ਾਮਲ ਹੈ ਔਰ ਉਹਨਾਂ ਦੇ ਹਿੱਤ ਦੇ ਲਈ ਅਸੀਂ ਕੰਮ ਕਰ ਰਹੇ। ਇਹੀ ਮੈਂ ਉੱਥੇ ਕਿਤੇ ਨਾ ਕਿਤੇ ਲੱਗਦਾ ਵੀ ਇਹ ਖੇਤੀ ਬਿੱਲ ਜਿਹੜੇ ਆ ਬੀਜੇਪੀ ਲਈ ਵੱਡੀ ਵਿਫਤਾ ਬਣਦੇ ਜਾ ਰਹੇ ਆ। ਵਿਫਤਾ ਨਹੀਂ ਕਹਿ ਸਕਦੇ, ਕਿਸਾਨਾਂ ਦੇ ਹਿੱਤ 'ਚ ਹੈ ਔਰ ਕਿਸਾਨਾਂ ਨੂੰ ਸਮਝਾਉਣ ਦੀ ਲੋੜ ਆ ਔਰ ਪੂਰੇ ਦੇਸ਼ 'ਚ ਐਸਾ ਕਿਉਂ ਨਹੀਂ ਸਮਝਾ ਪਾਉਂਦੀ ਬੀਜੇਪੀ? ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਸਾਰੀ ਦੀ ਸਾਰੀ ਇੱਥੇ ਜ਼ਿੰਮੇਵਾਰੀ ਕਿਸਾਨਾਂ ਦੇ ਨਾਲ ਗੱਲ ਕਰਦੀ ਸੀ, ਅਕਾਲੀ ਦਲ ਦੀ ਸੀ। ਇੱਕ ਮਿੰਟ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ। ਕਿਸਾਨਾਂ ਦੇ ਨਾਲ ਸੀ ਔਰ ਅਕਾਲੀ ਦਲ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਆ ਔਰ ਇਸ ਕਰਕੇ ਸਾਨੂੰ ਇੱਥੋਂ ਜ਼ੀਰੋ ਤੋਂ ਸ਼ੁਰੂ ਹੋਣਾ ਪੈ ਰਿਹਾ। ਸਿਰਫ ਸਮੱਸਿਆ ਪੰਜਾਬ 'ਚ ਆਉਣ ਦਾ ਕਰ ਵਿਸ਼ਵਾਸਘਾਤ ਕੀਤਾ ਤੁਸੀਂ ਕਹਿੰਦੇ ਹੋ, ਤੇ ਤੁਹਾਡੇ ਵੀ ਬੜੇ ਸੀਨੀਅਰ ਨੇਤਾ ਹੈ ਜਿਹੜੇ ਕੀ ਸਮਝਾ ਸਕਦੇ ਆ, ਉਹ ਕਿਉਂ ਨਹੀਂ ਸਮਝਾ ਪਾਉਂਦੇ? ਸਾਰੇ ਸਮਝਾ ਰਹੇ, ਐਸਾ ਕਿਤੇ ਨਹੀਂ ਹੈ, ਸਾਰਿਆਂ ਨੇ ਆਪੋ ਆਪਣੀ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਨੇ ਔਰ ਜਿਹੜੇ ਜਿੱਥੇ ਸਾਡਾ ਜਿਹੜੀ ਕਿਸਾਨਾਂ ਦੇ ਪ੍ਰਤੀ ਆਪਣੀ ਸਮਝਾਉਣ ਦੀ ਲੋੜ ਸੀ ਉਹ ਸਮਝਾ ਰਹੇ ਆ। ਸਾਬਰਾ ਸਾਹਿਬ ਜਿਹੜੇ ਕਾਨੂੰਨ ਕਿਸਾਨੀ ਦੇ ਪੱਖ ਵਿੱਚ ਬਣਾਇਆ ਕਿ ਮੋਦੀ ਸਾਹਿਬ ਵੀ ਕਹਿ ਰਹੇ, ਤੁਹਾਡੀ ਸਾਰੀ ਮਤਲਬ ਬੀਜੇਪੀ ਸਰਕਾਰ ਵੀ ਕਹਿ ਰਹੀ ਹੈ ਤੇ ਤੁਸੀਂ ਵੀ ਕਹਿ ਰਹੇ ਹੋ, ਜੇ ਲੋਕ ਉਹ ਕਾਨੂੰਨ ਸਮਝਦੇ ਨਹੀਂ ਵੀ ਸਾਡੇ ਪੱਖ ਚ ਆ ਤੇ ਆਪਾਂ ਨੂੰ ਵਾਪਸ ਕਰ ਲੈਣੇ ਜਾਂ ਗੱਲ ਇਦਾਂ ਆ, ਗੱਲ ਲੋਕ ਸਮਝ ਰਹੇ ਨਹੀਂ ਸਮਝ ਰਹੇ, ਇਹ ਗੱਲ ਅਲੱਗ ਕਹਿ ਰਹੇ ਹੋ ਤੁਸੀਂ। ਜੋ ਕਹਿ ਰਹੇ ਮੈਂ ਜੇ ਕਹਿੰਦਾ ਕਿ ਨਹੀਂ ਕਹਿੰਦੇ ਤਾਂ ਅਸੀਂ ਲੋਕਾਂ ਦੇ ਹਿੱਤ ਲੈ ਲਈ ਆ, ਪਰ ਇੱਥੇ ਲੋਕ ਨਹੀਂ, ਇੱਥੇ ਰਾਜਨੀਤਿਕ ਪਾਰਟੀਆਂ ਉਕਸਾ ਰਹੀਆਂ ਆ। ਔਰ ਜੇ ਅੱਜ ਕਿਸਾਨਾਂ ਦੀ ਰੈਲੀ ਲਈ ਰਾਹੁਲ ਆ ਗਿਆ, 130 ਬੰਦੇ ਇੱਥੇ ਮਰ ਗਏ, ਉਹਨਾਂ ਦੇ ਲਈ ਕਿਉਂ ਨਹੀਂ ਆਇਆ? ਜੇ ਇੱਥੇ ਅੱਜ 8 ਸਾਲ ਦੀ ਔਰ ਜਾ ਕੇ ਹੋਰ ਕਿਤੇ ਬੈਠ ਸਕਦਾ, 8 ਸਾਲ ਦੀ ਕੁੜੀ ਦੇ ਨਾਲ ਲੁਧਿਆਣੇ ਰੇਪ ਹੋ ਗਿਆ, ਉਹਦੇ ਘਰ ਕਿਉਂ ਨਹੀਂ ਗਿਆ? ਜੇ ਨਕਲੀ ਸ਼ਰਾਬ ਨਾਲ ਮਰ ਗਏ ਉਹਨਾਂ ਦੇ ਘਰ ਨਹੀਂ ਗਿਆ। ਕਿਸਾਨਾਂ ਦੇ ਉੱਤੇ ਇੱਥੇ ਰੋਜ਼ ਖੁਦਕੁਸ਼ੀਆਂ ਹੁੰਦੀਆਂ। ਜੇ ਕਿਸਾਨ ਹਿਤੈਸ਼ੀ ਸੀ ਪਿਛਲੇ 3 ਸਾਲਾਂ 'ਚ ਕਿਉਂ ਨਹੀਂ ਆਇਆ? ਕਰਜ਼ਾ ਮਾਫ ਕਰਨ ਦੀ ਗੱਲ ਸੀ ਤੇ ਕਿਉਂ ਨਹੀਂ ਆਇਆ? ਅੱਜ ਇਹ ਜੜੀਆਂ ਸੀਗੀਆਂ ਔਰ ਇਹਨਾਂ ਦੇ ਕਾਂਗਰਸ ਦੇ ਆਪਣੇ ਜਿਹੜੇ 2017 ਦਾ ਮੈਨੀਫੈਸਟੋ ਦੇਖੋ, 2019 ਦਾ ਮੈਨੀਫੈਸਟੋ ਦੇਖੋ ਔਰ 2017 'ਚ ਇਹਨਾਂ ਨੇ ਇਹੀ ਬਿੱਲ ਪੰਜਾਬ 'ਚ ਪਾਸ ਕੀਤਾ ਤੇ ਇਹਦਾ ਮਤਲਬ ਰਾਜਨੀਤਿਕ ਪਾਰਟੀਆਂ ਉਕਸਾ ਰਹੀਆਂ ਆ। ਹਕੀਕਤ 'ਚ ਉਹ ਜਨਤਾ ਦੇ ਹਿੱਤ 'ਚ ਆ, ਅਸੀਂ ਜਨਤਾ ਦੇ ਹਿੱਤ 'ਚ ਆ। ਰਾਜਨੀਤਿਕ ਪਾਰਟੀਆਂ ਦੇ ਜਿਹੜੀ ਗੁੰਮਰਾਹ ਕਰ ਰਹੀਆਂ ਉਹਨਾਂ ਦੇ ਹਿੱਤ 'ਚ ਨਹੀਂ। ਸਮਝਦੀ ਤਾਂ ਉਹਨੂੰ ਵਾਪਸ ਕਿਉਂ ਨਹੀਂ ਹਿੱਤ ਭੇਜੇ ਪਾਰਟੀ ਨੂੰ ਆਪਣੇ ਕੋਲ 'ਚ ਨਹੀਂ ਵੜਨ ਦਿੱਤਾ? ਕੋਲ 'ਚ ਵੜਨ ਦਿੱਤਾ ਕਿ ਨਹੀਂ ਦਿੱਤਾ? ਅੱਜ ਜਿਹੜੀ ਆ ਰੋਲ ਜਿਹੜਾ ਆ ਉਹਨਾਂ ਨੂੰ ਜਿਹੜਾ ਐਸਾ ਨਹੀਂ ਤੁਸੀਂ ਕਹਿ ਸਕਦੇ ਕਿ ਅੱਜ ਜਿਹੜੇ ਝੰਡੇ ਲੱਗੇ ਨੇ ਲਾਲ ਝੰਡੇ ਕਮਿਊਨਿਸਟ ਪਾਰਟੀ ਦੇ, ਔਰ ਕਮਿਊਨਿਸਟ ਪਾਰਟੀ ਦਾ ਮੈਂ ਕਹਿ ਰਿਹਾ ਕਿ ਗੁੰਮਰਾਹਕੁਨ ਪ੍ਰਚਾਰ ਕਿਹੋ ਜਿਹਾ ਰਹਿੰਦਾ ਆ। ਕਮਿਊਨਿਸਟ ਪਾਰਟੀ ਜਦੋਂ ਅਸੀਂ ਭਾਖੜਾ ਡੈਮ ਬਣਾਇਆ ਸੀ ਉਸ ਵੇਲੇ ਕਮਿਊਨਿਸਟ ਪਾਰਟੀ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਬਿਜਲੀ ਤਾਂ ਫੋਕੀ ਦਿੱਤੀ ਜਾਂਦੀ ਆ, ਇਹਦੇ ਵਿੱਚੋਂ ਤਾਕਤ ਤਾਂ ਕੱਢ ਲਈ, ਕਿਸਾਨੀ ਤਾਂ ਖਤਮ ਹੋ ਗਈ, ਕਿਸਾਨ ਮਾਰ ਰਹੇ ਨੇ। ਔਰ ਅੱਜ ਜਦੋਂ ਕਿਸੇ ਨੂੰ ਕਹਿ ਦਈਏ ਕਿ ਪਾਣੀ 'ਚੋਂ ਬਿਜਲੀ ਕੱਢ ਲਈ, ਉਹ ਇਹਦਾ ਮਜ਼ਾਕ ਸਮਝਦਾ ਔਰ ਲੋਕ ਇਹਨਾਂ ਪਾਰਟੀ ਵਾਲਿਆਂ ਕਮਿਊਨਿਸਟ ਪਾਰਟੀਆਂ ਵਾਲਿਆਂ ਨੇ ਲੋਕਾਂ ਨੂੰ ਮਜ਼ਾਕ ਬਣਾ ਕੇ ਇਸ ਤਰ੍ਹਾਂ ਦੇ ਗੁੰਮਰਾਹ ਕਰਨ ਜਿਹੜੇ ਕੰਮ ਕੀਤੇ ਆ, ਕ੍ਰਿਤ ਕੀਤੇ ਆ। ਔਰ ਤੁਸੀਂ ਦੇਖਿਆ ਜਦੋਂ ਕੰਪਿਊਟਰ ਆਇਆ ਸੀ ਸਾਰੇ ਦੇਸ਼ ਦੇ ਬੱਚੇ ਕਹਿ ਰਹੇ ਸੀ ਕਿ ਬੇਰੁਜ਼ਗਾਰੀ ਬਹੁਤ ਹੋ ਜਾਏਗੀ, ਬੇਰੁਜ਼ਗਾਰੀ। ਅੱਜ ਸਭ ਤੋਂ ਜ਼ਿਆਦਾ ਰੁਜ਼ਗਾਰ ਦੇਣ ਦਾ ਕੰਮ ਕੌਣ ਕਰ ਰਿਹਾ? ਉਹ ਜਿਹੜਾ IT ਸੈਕਟਰ ਕਰ ਰਿਹਾ। ਸੋ ਇਸ ਕਰਕੇ ਲੋਕਾਂ ਦੇ ਹਿੱਤ 'ਚ ਵਿਰੋਧ ਉਦੋਂ ਵੀ ਹੋਏ ਸੀ ਜਦੋਂ ਭਾਖੜਾ ਡੈਮ ਬਣਿਆ ਸੀ, ਵਿਰੋਧ ਉਦੋਂ ਵੀ ਹੋਏ ਸੀ ਜਦੋਂ ਕੰਪਿਊਟਰ ਆਏ ਸੀ, ਵਿਰੋਧ ਅੱਜ ਵੀ ਹੋ ਰਿਹਾ। ਪਰ ਗੱਲ ਇਦਾਂ ਆ, ਉਸ ਵੇਲੇ ਵੀ ਰਾਜਨੀਤਿਕ ਪਾਰਟੀ ਕਹਿੰਦੇ ਆ ਵੀ ਬਿੱਲ ਬਿਲਕੁਲ ਸਹੀ ਆ, ਤੁਸੀਂ ਸਮਝਾ ਕਿਉਂ ਨਹੀਂ ਪਾ ਰਹੇ? ਤੁਹਾਡੇ 'ਚੋਂ ਮੈਨੂੰ, ਤੁਸੀਂ ਮੀਡੀਆ ਦੇ ਸਾਰੇ ਬੜੇ ਸੂਝਵਾਨ ਆ, ਕੋਈ ਇੱਕ ਲਾਈਨ, ਕੋਈ ਇੱਕ ਕਲਾਜ, ਕੋਈ ਇੱਕ ਸ਼ਬਦ ਤੁਸੀਂ ਮੈਨੂੰ ਸੋਚ ਕੇ ਦੱਸ ਦਿਓ, ਹੁਣ ਦੱਸ ਦਿਓ, ਕੋਈ ਇੱਕ ਦੱਸ ਦਿਓ। ਉਹਦੇ ਵਿੱਚ ਸਿਰਫ ਇਹ ਗੱਲ ਐਂਟਰ ਨਹੀਂ ਹੈ ਵੀ MSP ਖਤਮ ਨਹੀਂ ਕੀਤੀ ਜਾਏਗੀ। ਤੁਸੀਂ ਮੈਨੂੰ ਇਹ ਦੱਸ ਦਿਓ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਿਹੜੇ ਐਕਟ ਦੇ ਵਿੱਚ MSP ਹੈਗੀ ਆ? ਜਿਸ ਐਕਟ ਦੇ ਵਿੱਚ ਹੈਗੀ ਆ ਉਸ ਨੂੰ ਅਮੈਂਡਮੈਂਟ ਕਰਦੇ ਆ। ਇਹ ਜਿਹੜਾ ਅਮੈਂਡਮੈਂਟ ਹੋਈ ਆ ਉਸ ਵਿੱਚ ਕਦੀ MSP ਹੈ ਹੀ ਨਹੀਂ। ਜਿਸ ਐਕਟ ਦੀ ਅਮੈਂਡਮੈਂਟ ਹੋਈ ਆ ਉਸ ਐਕਟ 'ਚ ਕਿਤੇ MSP ਹੈ ਤਾਂ ਮੈਨੂੰ ਦੱਸੋ। ਜਿੱਥੇ ਤੱਕ MSP ਦੇ ਉੱਤੇ ਗੱਲ ਕਰਦੇ ਆ ਕਿ MSP ਦੇ ਉੱਤੇ ਵੀ ਕਿਉਂਕਿ ਲੰਬੀ ਚਰਚਾ ਹੋਏਗੀ। MSP ਜਿਹੜਾ ਆ ਉਹ ਇੱਕ ਤੈਅ ਕਰਨ ਦੇ ਲਈ ਇੱਕ ਕਮਿਸ਼ਨ ਹੈ, ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮੇਟੀ ਬਣਦੀ ਹੈ। ਉਹਦੇ 'ਚ ਪਹਿਲਾਂ ਤੈਅ ਹੁੰਦਾ ਸੀ ਔਰ ਉਹਦੇ ਮਾਧਿਅਮ ਨਾਲ ਸਰਕਾਰਾਂ ਜਿਹੜੀਆਂ ਸੀ ਉਹ ਪਹਿਲਾਂ ਕੀ ਕਰਦੀਆਂ ਸੀ ਕਿ ਆਪਣੀ ਮਰਜ਼ੀ ਨਾਲ MSP ਦਿੰਦੀਆਂ ਸੀ। ਪਰ ਅੱਜ ਮੋਦੀ ਸਰਕਾਰ ਨੇ ਉਹ ਤੈਅ ਕਰ ਦਿੱਤਾ ਕਿ ਉਹ ਕਮਿਸ਼ਨ ਸਿਰਫ ਇਹ ਤੈਅ ਕਰੇਗਾ ਕਿ ਇਹਦੇ ਤੇ ਲਾਗਤ ਕਿੰਨੀ ਆਈ ਹੈ ਔਰ ਜਿੰਨੀ ਲਾਗਤ ਆਏਗੀ
ਔਰ ਉਹਦਾ ਦਾ ਡੇਢਾ ਜਿਹੜਾ ਉਹ ਆਪਣੇ ਆਪ ਆਟੋਮੈਟਿਕ ਇਹਦਾ ਮਤਲਬ MSP ਹੋ ਖਤਮ ਗਿਆ। ਕਰ ਦਿੱਤੀ ਜਾਏਗੀ। MSP ਜਿਹੜੀ ਅਸੀਂ ਮਲੋਟ ਦੇ ਵਿੱਚ ਰੈਲੀ ਕਰਕੇ ਇਸੇ ਅਕਾਲੀ ਦਲ ਨੇ ਇਹਦਾ ਧੰਨਵਾਦ ਕੀਤਾ ਸੀ ਮੋਦੀ ਦਾ ਕਿ ਹੁਣ ਜਿਹੜਾ ਸਾਡੀ MSP ਦਾ ਜਿਹੜਾ ਕੰਮ ਕਰ ਦਿੱਤਾ ਆ, ਹੁਣ ਇਹ ਸਾਰਾ ਜਿਹੜਾ ਅੱਜ ਤੋਂ ਬਾਅਦ ਕੋਈ ਸਾਨੂੰ ਕੋਈ ਚਿੰਤਾ ਨਹੀਂ ਰਹੇਗੀ MSP। ਔਰ ਜੇ ਪ੍ਰਕਾਸ਼ ਸਿੰਘ ਬਾਦਲ ਉਸ ਮੰਚ ਤੇ ਸੀ, ਹਰਸਿਮਰਤ ਕੌਰ ਉਸ ਮੰਚ ਤੇ ਸੀ, ਸੁਖਬੀਰ ਸਿੰਘ ਬਾਦਲ ਉਸ ਮੰਚ ਤੇ ਸੀ, ਔਰ ਇਹਨਾਂ ਸਾਰਿਆਂ ਨੇ ਮੋਦੀ ਜੀ ਦਾ ਧੰਨਵਾਦ ਮਲੋਟ ਦੇ ਵਿੱਚ ਪੰਜਾਬ 'ਚ ਬੁਲਾ ਕੇ ਕੀਤਾ ਸੀ ਕਿ ਤੁਸੀਂ ਕਿਸਾਨਾਂ ਦੇ MSP ਨੂੰ ਜਿਹੜਾ ਮਜ਼ਬੂਤ ਬਣਾ ਦਿੱਤਾ। ਔਰ ਜਦੋਂ ਅੱਜ ਮਜ਼ਬੂਤ ਉਧਰ ਬਣ ਗਿਆ, ਇਹ ਕਾਨੂੰਨ ਜਿਹੜਾ ਆ ਇਹ ਜਿਹੜਾ ਅਲੱਗ ਕਾਨੂੰਨ ਸੀ ਜਿਹਦੇ 'ਚ ਅਮੈਂਡਮੈਂਟ ਕੀਤੀ ਆ, ਇਹ ਸੁਧਾਰ ਕੀਤਾ ਆ ਤਾਂ ਕਿ ਕਿਸਾਨ ਜਿਹੜਾ ਹੈ ਆਪਣੀ ਫਸਲ ਕਿਤੇ ਵੀ ਵੇਚ ਸਕੇ। ਕਿਸਾਨ ਤਾਂ ਹੁਣੇ ਗੱਲ ਸੁਣਨ ਨੂੰ ਰਾਜੀ ਨਹੀਂ ਹੈਗੇ। ਕੀ ਲੱਗਦਾ ਕਿ ਬੀਜੇਪੀ ਇਹਨਾਂ ਨੂੰ ਸੰਤੁਸ਼ਟ ਕਰ ਮੈਂ ਜਿਹੜੀ ਗੱਲ ਕਹੀ ਕਿਸਾਨਾਂ ਨੂੰ ਉਸੇ ਵੇਲੇ ਵੀ ਵਿਰੋਧ ਕੀਤਾ ਸੀ ਜਦੋਂ ਭਾਖੜਾ ਡੈਮ ਬਣਿਆ ਸੀ ਕਿ ਇਹ ਬਿਜਲੀ ਦਾ ਫੋਕੀ ਆ, ਔਰ ਇਹੀ ਜਿਹੜੀਆਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਗੁੰਮਰਾਹ ਵੀ ਕਰ ਰਹੀਆਂ। ਚੜ੍ਹਦੀ ਕਲਾ ਟਾਈਮ ਟੀਵੀ ਲਈ ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ ਹੀਰਾ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।